सरदार साहब कुछ तब्दीलियां बिना दस्तक दित्ते ही वापर जांदियां। नहीं, गल तो तुसीं सियासत की शुरू की है। ये दसो कि वाकई कोई तब्दीली हुई है? दहाकियां तक अकाली पॉलिटिक्स जी। बादल पिंड दियां जोहां दुआले घुमदी रही। बिल्कुल। सवेरे अर्ली साजरे गड्डियां दी टी टी बादल पिंड के लोगों नूं तंग करदी। बिल्कुल ठीक है। हुण मझैल माझे वाले जी। वो स्वाद लै रहे। बिल्कुल हुण एक हाज़री जे उत्थे लगदी है ते 3 माझे च लगदियां। जी। ये अशोपले जे वापर रहा वरतारा पर जिहड़ी हाज़री का तुसीं संकेत दे रहे हो ना, वो हाज़री जिहड़ी है गड्डी राहीं नहीं लगी, वो तो सीधी ईमेल राहीं लगी होएगी या टैलीफोन ते लगी होएगी। नहीं तुसी मजाइया लहजे च आ गए, लेकिन मैं पंजाब की पॉलिटिक्स नूं बदलदियां देख रहा। जी। तुसी भगवंत मान दा वो एक बयान भी देखिया होना, बिल्कुल, जिहदे विच वो 2 पद्धरां दे विचरदे। जी। एक पासे वो नवजोत सिंह सिद्धू प्रगट सिंह ते उन्हां दे साथियां नूं कहंदे आ कि मैं पहला बंदा होऊंगा स्वागत जिहड़ा तुहाडा स्वागत करांगा। अज तक भगवंत मान का ट्रैक रिकॉर्ड ये रहा और पंजाब का हर बशर जानता है जी। कि आम आदमी पार्टी च कोई वड्डा चेहरा आउण लग्या भगवंत मान पासे ही लुक जाते रहे। बिल्कुल ठीक है। अज जे भगवंत मान नवजोत सिंह सिद्धू लई बाहां अड्ड के खड़े जी। ते नाल दी नाल ही उन्हां नूं ये सलाह दे रहा भी जे तुसीं बिजली महकमा सांभ लो फिर किड्डा वधिया हो। बिल्कुल पंजाब का भला हो जाएगा। ये भी बड़े बड़े संकेत वाले अर्थ है। हुण 2 पहलू ने, एक दे विच जिहड़ी पॉलिटिक्स अकाली सफां दे विच है जी। अंदर दी, उत्थे ये घुसर मुसर है कि आखिर बादल परिवार नालों भी ज्यादा डोमीनेट कोई होर कर रहा है। ज्यादा ताकतवर कौन सामने कौन उभर के आ रहा? जदों तुसीं नगर कौंसल दीयां चोणां तो बाद अखबारां चुक के देखते हो, सुर्खियां देखते हो, तो वड्डियां वड्डियां 5-5 6-6 कॉलम दीयां खबरां दे विच कौन छाया जी। ये देखा जा रहा। बिल्कुल। ਉਹਦੇ ਵੱਡੇ अर्थ जी। दूजे बन्ने ਜਿਹੜੀ राजनीति विधान सभा ਦੇ अंदर हो रही, सही गल। ਉਹਦੇ ਵਿੱਚ दल ਦਾ ਚਿਹਰਾ ਕੌਣ ਆ, हाँ। सिद्धांतक तौर ਤੇ जी। ਕਿਹਦੀ ਜ਼ਿੰਮੇਵਾਰੀ ਲਾਈ ਗਈ ਆ बिल्कुल। और ਵਿਹਾਰਕ ਤੌਰ ਤੇ ਕੌਣ ਨਜ਼ਰ ਆ। बिल्कुल। ਇਹਦੇ ਵੀ अर्थ, ਤੁਹਾਡਾ ਵਿਧਾਨ ਸਭਾ ਦਾ ਆਗੂ ਕੌਣ ਆ ਉੱਥੇ? लेकिन नजर कौन आ रहा ਨਜ਼ਰ ਕੌਣ ਆ ਰਿਹਾ? कि जे कोई पटियाले वाले पासियों कोई ये ऐलान करता है जी। कि मैं हुण अगली इलैक्शन नहीं लड़नी, जी। तो कहता जी मैं बादल पिंड च भी सूचना देती है हाँ। ते मैं माझे च भी। ਮਾਝੇ 'ਚ ਵੀ ਦਿੱਤੀ ਹੈ। ਇਹਨੂੰ ਜੇ ਤੁਸੀਂ ਬਰੀਕੀ ਨਾਲ ਦੇਖੋਗੇ ਜੀ। ਤੇ ਜਿਹੜੀ ਅਕਾਲੀ ਲੀਡਰਸ਼ਿਪ ਦਹਾਕਿਆਂ ਤੋਂ ਅਕਾਲੀ ਦਲ ਦੇ ਨਾਲ ਤੁਰਦੀ ਹੈ, ਜੀ। ਜਿਨ੍ਹਾਂ 'ਚ ਸੀਨੀਅਰ ਲੋਕ ਸ਼ਾਮਲ ਹੈ, ਬਿਲਕੁਲ ਉਹ ਚੁੱਪ ਕਰਕੇ ਨੀਂਹ ਜਲਾ ਕੇ ਟਿਕ ਟਿਕ ਲਾ ਕੇ ਵੇਖ ਰਿਹਾ ਹੈ ਜੀ। ਕਿ ਹੁਣ ਊਠ ਕਿਸ ਕਰਵਟ ਬਹੇਗਾ। ਇਹ ਸਹੀ ਗੱਲ ਹੈ। ਔਰ ਇਹ ਜਿਹੜੀਆਂ ਘਟਨਾਵਾਂ ਨੇ ਜਿਹਦੇ ਵਿੱਚ ਬਿਕਰਮ ਸਿੰਘ ਮਜੀਠਾ ਨਗਰ ਕੌਂਸਲ ਦੀ ਚੋਣ ਜਿੱਤਦੇ, ਜੀ। ਅਕਾਲੀ ਦਲ ਸਾਰੇ ਥਾਵਾਂ ਤੋਂ ਹਾਰ ਜਾਂਦਾ ਬਿਲकुल। ਔਰ ਉਹਦਾ ਸਿੱਧਾ ਇਲਜ਼ਾਮ ਹੈ ਕਿ ਇਲੈਕਸ਼ਨ ਨਹੀਂ ਹੋਈ। ਜੀ। ਇਹ ਤਾਂ ਨਾਮਜ਼ਦਗੀ ਵਰਗੀ। ਨਾਮਜ਼ਦਗੀ ਹੈ। ਜਿਹਦੀ ਸਰਕਾਰ ਨੇ ਧੱਕਾ ਕੀਤਾ। ਨਾਲੇ ਉੱਥੇ ਵੀ ਕਹਿੰਦੇ ਸੀਗੇ ਵੀ ਜੇ ਅਸੀਂ ਕਰ ਲਿਆ ਸੀ ਤੇ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਸਾਡੀ ਰੀਸ ਕਰਕੇ ਮਾੜੇ ਬਿਲਕੁਲ ਕੰਮ ਸਹੀ ਕਰੋ। ਗੱਲ। ਹੁਣ ਉਹ ਸਾਰਾ ਪੰਜਾਬ ਹਾਰਦੇ ਆ, ਮਜੀਠਾ ਜਿੱਤਦੇ। ਬਿਲਕੁਲ ਸਹੀ ਗੱਲ। ਮੈਂ ਬਿਕਰਮ ਸਿੰਘ ਮਜੀਠੇ ਦੇ ਕੰਮ ਕਰਨ ਦੇ ਲਹਿਜੇ ਨੂੰ ਨੇੜਿਓਂ ਸਮਝਣ ਦੀ ਕੋਸ਼ਿਸ਼ ਕੀਤੀ। ਜੀ। ਉਹ ਆਪਣੇ ਹਲਕੇ ਦੇ ਵਿੱਚ ਬਹੁਤ ਪਲੈਨਿੰਗ ਨਾਲ ਵਿਚਰਦੇ ਆ। ਜੀ। ਉਹਨਾਂ ਦੀ ਜਿੱਤ ਕੋਈ ਵੱਡਾ ਮਸਲਾ ਨਹੀਂਗਾ। ਜੀ। ਮਸਲਾ ਤੇ ਇਹ ਹੈ ਕਿ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ ਕਿ ਜਿੱਤ ਲੋਕਾਂ ਦੀ ਨਹੀਂ ਹੋਈ, ਹਾਂ ਧੱਕੇ ਦੀ ਹੋਈ ਹੈ। ਸਹੀ ਗੱਲ। ਤੇ ਫਿਰ ਮਜੀਠੇ ਦੇ ਵਿੱਚ ਧੱਕਾ ਕਿਉਂ ਨਾ ਹੋਇਆ? ਨਹੀਂ, ਗੱਲ ਤਾਂ ਤੁਹਾਡੀ ਇਹ ਵੀ ਆ ਤੇ ਮੈਂ ਗੱਲ ਇੱਕ ਥੋੜਾ ਜਿਹਾ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਮਜੀਠੇ ਹਲਕੇ ਤੱਕ ਨਹੀਂ, ਇੱਕ ਵਿਧਾਇਕ ਵਜੋਂ ਨਹੀਂ, ਇੱਕ ਸਾਬਕਾ ਮੰਤਰੀ ਵਜੋਂ ਵੇਖਦਾ, ਜੀ। ਇੱਕ ਯੂਥ ਆਗੂ ਵਜੋਂ ਵੇਖਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਛਾਇਆ ਹੋਇਆ ਸੀ। ਲੇਕਿਨ ਬਿਕਰਮ ਸਿੰਘ ਮਜੀਠੀਆ ਦੀ ਰਾਜਨੀਤੀ ਜੀ। ਤੌਰ ਤਰੀਕੇ ਕੀ ਪੰਜਾਬ ਦੇ ਮਹਾਂਦਰੇ ਨਾਲ ਮੇਲ ਖਾਂਦੇ ਆ? ਇਹ ਵੀ ਇੱਕ ਸਵਾਲ ਆ। ਬੀਤੇ ਸਮੇਂ ਦੇ ਵਿੱਚ ਕਈ ਸਵਾਲ ਉੱਠਦੇ ਰਹੇ ਵੱਖ-ਵੱਖ ਪਾਰਟੀਆਂ ਤੇ ਪੱਧਰਾਂ ਤੇ ਵੱਖ-ਵੱਖ ਲੋਕਾਂ ਦੇ ਨਜ਼ਰੀਏ ਤੋਂ, ਲੇਕਿਨ ਕੀ ਹੁਣ ਜਨ ਸਧਾਰਨ ਉਸ ਰਾਜਨੀਤੀ ਨੂੰ ਪ੍ਰਵਾਨ ਕਰ ਰਿਹਾ ਕਿ ਬਿਕਰਮ ਮਜੀਠੀਆ ਸਟਾਈਲ ਰਾਜਨੀਤੀ ਨੂੰ ਵੈਲਕਮ ਕੀਤਾ ਜਾ ਰਿਹਾ? ਜੀ। ਜੇਕਰ ਅਕਾਲੀ ਰਾਜਨੀਤੀ ਦੇ ਇਹਨਾਂ ਦਿਨਾਂ ਨੂੰ ਵੇਖੋਗੇ, ਅਖਬਾਰਾਂ ਦੀਆਂ ਸੁਰਖੀਆਂ ਦੇਖੋਗੇ, ਈਵੈਂਟਸ ਦੇਖੋਗੇ, ਪ੍ਰੈਸ ਕਾਨਫਰੰਸਿਸ ਦੇਖੋਗੇ, ਧਰਨੇ ਦੇਖੋਗੇ, ਹੋ ਹੱਲਾ ਦੇਖੋਗੇ ਵਿਧਾਨ ਸਭਾ ਦੇ ਅੰਦਰ ਬਾਹਰ ਜਾਂ ਪੂਰੇ ਪੰਜਾਬ 'ਚ, ਬਿਲਕੁਲ ਕਿਸੇ ਦੇ ਭੋਗ ਸਮਾਗਮ ਤੇ ਕਿਸੇ ਦੇ ਵਿਆਹ ਸਮਾਗਮ ਤੇ ਕੌਣ-ਕੌਣ ਲੋਕ ਸ਼ਾਮਲ ਹੋ ਰਹੇ,
ਤੇ ਤੁਸੀਂ ਇਹ ਸਮਝਣ ਲਈ ਥੋੜਾ ਜਿਹਾ ਹੀ ਤਰੱਦਦ ਕਰੋਗੇ ਤੇ ਕਈ ਚੀਜ਼ਾਂ ਉੱਭਰ ਕੇ ਸਾਹਮਣੇ ਔਰ ਆਉਣਗੀਆਂ ਇਹਦੇ ਨਾਲ ਇੱਕ ਚੀਜ਼ ਹੋਰ ਵੀ, ਕਿ ਕੌਣ ਡੋਮੀਨੇਟ ਮੈਂ ਕਰ ਰਿਹਾ। ਉਹੀ ਗੱਲ ਕਰ ਰਿਹਾ, ਇਹਦੇ ਨਾਲ ਇੱਕ ਚੀਜ਼ ਹੋਰ ਦੇਖੋ ਜੀ। ਕਿ ਜਦੋਂ ਕਿਤੇ ਲੁਧਿਆਣੇ ਦੇ ਵਿੱਚ ਕੋਈ ਰੈਲੀ ਜਾਂ ਧਰਨਾ ਹੋ ਰਿਹਾ, ਉੱਥੋਂ ਦੀ ਸਾਰੀ ਲੀਡਰਸ਼ਿਪ ਇੱਕ ਜਗ੍ਹਾ ਖੜੀ ਹੈ, ਜਿਹੜੀ ਸੀਨੀਅਰ ਲੀਡਰਸ਼ਿਪ ਮੰਨਦੇ ਹੋ। ਜੇ ਕਿਤੇ ਪਟਿਆਲੇ 'ਚ ਆ ਤੇ ਉੱਥੇ ਤੁਹਾਨੂੰ ਸਿਰਫ ਚੰਦੂ ਮਾਜਰਾ ਸਾਹਿਬ ਜੇ ਇਕੱਲੇ ਨਹੀਂ, ਉਹਨਾਂ ਦੇ ਨਾਲ ਰਖੜਾ ਸਾਹਿਬ ਵੀ ਦੂਸਰੇ ਸਾਰੇ ਮਿਲਦੇ ਨੇ। ਲੇਕਿਨ ਬਿਕਰਮ ਸਿੰਘ ਮਜੀਠੀਆ ਜਦੋਂ ਕਿਤੇ ਕੋਈ ਕਾਰਵਾਈ ਐਸੀ ਵੱਡੀ ਅੰਜਾਮ ਦਿੰਦੇ ਨੇ, ਇਕੱਲੇ ਨਜ਼ਰ ਆਉਂਦੇ ਨੇ। ਹੁਣ ਬਹੁਤੀ ਵਾਰ ਤੇ ਦੇਖੀਦਾ ਕਿ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੇ ਨਾਲ ਨਹੀਂ ਹੁੰਦੇ। ਨਹੀਂ ਦੇਖੋ, ਇਹਨੂੰ ਤੁਸੀਂ ਸਹਿ ਸੁਭਾਅ ਵਰਤਾਰਾ ਵੀ ਕਹਿ ਸਕਦੇ ਹੋ, ਮਿੱਥ ਕੇ ਕੀਤਾ ਗਿਆ ਤਰੀਕਾ ਵੀ ਹੋ ਸਕਦਾ, ਜੀ। ਲੇਕਿਨ ਜੇ ਇਹਨੂੰ ਤੁਸੀਂ ਪਲ ਦੀ ਪਲ ਸਾਈਡ ਤੇ ਰੱਖ ਕੇ ਦੇਖੋ ਜੀ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਦੇ ਵਿੱਚ, ਤੁਸੀਂ ਤਾਂ ਮੇਰੇ ਤੋਂ ਬਹੁਤ ਤੱਥਾਂ ਨੂੰ ਜਾਣਦੇ ਹੋ, ਜੀ। ਤਰੀਕਾਂ ਨੂੰ ਜਾਣਦੇ ਹੋ, ਕਿਸੇ ਨੂੰ ਉੱਭਰ ਨਹੀਂ ਦਿੱਤਾ। ਹਾਂ। ਗੁਰਚਰਨ ਸਿੰਘ ਟੌੜਾ, ਜਗਦੇਵ ਸਿੰਘ ਤਲਵੰਡੀ ਹੌਲੀ ਹੌਲੀ ਡਿਸੋਲਵ ਉਦੋਂ ਤੇ ਆਮ ਕਹਾਵਤ ਸੀ ਪਾਸੇ ਕਰਤੇ। ਕਿ ਬੋੜਾਂ ਦੀ ਸ਼ਾਮੇ ਵੀ ਕਦੀ ਕੋਈ ਬੂਟਾ ਉੱਗਿਆ, ਆਮ ਹੀ ਕਹਿੰਦੇ ਸੀ। ਬੋਰਡਾਂ ਦੀ ਛਾਵੇਂ ਬੋਰਡ ਨਹੀਂ ਬਣਦੇ, ਹਾਂ। ਇਹ ਗੱਲ ਕਹੀ ਜਾਂਦੀ। ਬਿਲਕੁਲ ਸੁਖਬੀਰ ਸਿੰਘ ਬਾਦਲ ਦੀ ਤਾਜਪੋਸ਼ੀ ਬੜੇ ਢੋਲ ਢਮੱਕੇ ਨਾਲ ਹੁੰਦੀ, ਸਹੀ ਗੱਲ, ਉਹਨਾਂ ਦੀ ਡਿਪਟੀ ਸੀਐਮ ਵਾਲੀ ਔਰ ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਉਣਾ। ਬਿਲਕੁਲ। ਲੇਕਿਨ ਕੁਝ ਤਬਦੀਲੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ, ਲੇਕਿਨ ਇੰਨੀ ਤੀਬਰਤਾ ਨਾਲ ਵਾਪਰਦੀਆਂ। ਜੀ। ਜਿਸ ਤਰੀਕੇ ਨਾਲ ਪੂਰੇ ਅਕਾਲੀ ਦਲ ਦੇ ਵਿੱਚ ਬਿਕਰਮ ਮਜੀਠੀਆ ਡੋਮੀਨੇਟ ਕਰ ਰਿਹਾ, ਜੀ। ਅਕਾਲੀ ਵਰਕਰਾਂ ਦੀਆਂ ਗੱਡੀਆਂ ਦੇ ਜਿਹੜੇ ਰੂਟ ਨੇ, ਰੂਟ ਇੱਧਰ ਲੱਗੇ ਨੇ। ਉਹ ਰੂਟ ਜਾਂ ਮਾਝੇ 'ਚ ਜਾਂ ਬਿਕਰਮ ਦੇ ਜਿੱਥੇ ਵੀ ਹੋਣ। ਜੀ। ਹੁਣ ਸਮਾਨ ਅੰਤਰ 2 ਪਾਵਰ ਸੈਂਟਰ ਜਾਂ 3 ਪਾਵਰ ਸੈਂਟਰ ਪਰਿਵਾਰ ਦੇ ਵਿੱਚ ਵੀ ਬਣਦੇ। ਬਿਲਕੁਲ। ਕੀ ਅਕਾਲੀ ਰਾਜਨੀਤੀ ਦਾ ਕੋਈ ਧਰੁਵੀਕਰਨ ਹੋਊਗਾ, ਤਬਦੀਲ ਹੋਊਗੀ ਜੀ। ਬਿਕਰਮ ਮਜੀਠੀਆ ਨਾਲ? ਤਬਦੀਲੀ ਦੇ ਸੰਕੇਤ ਤੁਸੀਂ ਦੇ ਦਿੱਤੇ। ਨਹੀਂ, ਇੱਕ ਗੱਲ ਪਹਿਲਾਂ ਜੁੜਦੀ ਰਹੀ ਆ ਜੀ। ਕਿ ਬਿਕਰਮ ਮਜੀਠੀਆ ਦੀ ਆਮਦ ਨਾਲ ਉਦੋਂ ਪਜੈਰੋ ਗੱਡੀਆਂ ਚੱਲਦੀਆਂ ਸੀ, ਬਿਲਕੁਲ। ਵੱਡੀਆਂ ਗੱਡੀਆਂ ਵਾਲਿਆਂ ਦੀ ਆਮਦ ਹੁੰਦੀ ਹੈ, ਜੀ। ਵੱਡੇ ਘਰਾਂ ਦੇ, ਔਰ ਖਾਸ ਤੌਰ ਤੇ ਜਿਹੜੇ ਸਾਬਕਾ ਵਜ਼ੀਰ ਸੀ, ਸਾਬਕਾ ਐਮਐਲਏ ਸੀ, ਮੌਜੂਦਾ ਐਮਐਲਏ ਸੀ ਕਾਂਗਰਸ, ਜਿਹੜੇ ਵੀ ਇਹਦੇ ਅਕਾਲੀ ਦਲ ਦੇ, ਜੀ। ਜੀ। ਉਹਨਾਂ ਦੇ ਅਗਲੀ ਪੀੜ੍ਹੀ, ਉਹਨਾਂ ਦੇ ਕਾਕੇ, ਜੀ। ਉਹਨਾਂ ਦੀ ਅਗਲੀ ਪੀੜ੍ਹੀ ਸਾਰੀ ਮਜੀਠੀਆ ਦੇ ਮਗਰ ਲਾਤੀ। ਸਹੀ ਗੱਲ ਆ। ਮਜੀਠੀਆ ਮਰਜ ਕਰ ਜਾਂਦੇ ਆ, ਜੀ। ਉਹ ਅਕਾਲੀ ਰਾਜਨੀਤੀ ਵਿੱਚ ਇੱਕ ਯੂਥ ਆਈਕਨ ਬਣ ਜਾਂਦੇ, ਫਿਰ ਮੁੜ ਕੇ ਹਨੇਰੀ ਵਗਦੀ ਆ, ਕਈ ਕੁਝ ਉੱਡ ਜਾਂਦਾ। ਜੀ। ਲੇਕਿਨ ਜਿਹੜਾ ਮੁੜ ਕੇ ਵਿਉਂਤਿਆ ਜਾ ਰਿਹਾ, ਕਿ ਇਹਦੇ ਨਾਲ ਅਕਾਲੀ ਸਫਾਂ 'ਚ ਕੋਈ ਤਬਦੀਲੀ ਆਊਗੀ, ਕਾਰਜਸ਼ੈਲੀ 'ਚ ਕੋਈ ਤਬਦੀਲੀ ਆਊਗੀ, ਫਿਰ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਿੱਚ ਵੀ ਕੋਈ ਤਬਦੀਲੀ ਆਊਗੀ। ਬਾਦਲ ਪਰਿਵਾਰ ਤੋਂ ਬਾਹਰ ਨਿਕਲ ਕੇ ਜਦੋਂ ਅਕਾਲੀ ਰਾਜਨੀਤੀ ਸਰਵਾਈਵ ਕਰੂਗੀ, ਜੇ ਕਰ ਪਾਉਂਦੀ ਹੈ, ਤੇ ਫਿਰ ਕੀ ਜਿਹੜੀ ਪੰਜਾਬ ਦਾ ਮੁਹਾਂਦਰਾ ਹੈ, ਚਿਹਰਾ ਮੋਹਰਾ ਹੈ ਇੱਥੋਂ ਦਾ ਰਾਜਨੀਤਿਕ ਤੇ ਪ੍ਰਬੰਧਕੀ ਪ੍ਰਸ਼ਾਸਨਿਕ, ਜੀ। ਉਹਦੇ ਵਿੱਚ ਕੋਈ ਤਬਦੀਲੀ ਵਾਪਰੂਗੀ। ਤੁਸੀਂ ਗੱਲ ਕੀਤੀ ਸੀ ਜੀ। ਕਿ ਜਿਹੜੇ ਵੱਡੇ ਚਿਹਰਿਆਂ ਦੇ ਜਿਹੜੇ ਬੱਚੇ ਸਨ, ਜੀ। ਉਹਨਾਂ ਨੂੰ ਯੂਥ ਅਕਾਲੀ ਦਲ 'ਚ ਵੀ ਲਿਆਂਦਾ ਗਿਆ, ਬਾਅਦ 'ਚ ਉਹਨਾਂ ਨੂੰ ਸੱਤਾ ਦੇ ਵਿੱਚ ਭਾਈਵਾਲੀ ਵੀ ਮਿਲੀ, ਔਰ ਵੇਖਦੇ ਵੇਖਦੇ ਉਹ ਬੱਚੇ ਜਿਹੜੇ ਸੀ ਜਾਂ ਤੇ ਆਪ ਆਜ਼ਾਦ ਹੋ ਗਏ, ਔਰ ਕੇਵਲ ਤੇ ਕੇਵਲ ਆਪਣੇ ਬਾਪੂ ਦਾ ਹੀ ਸਾਇਆ ਜਿਹੜਾ ਉਹਨਾਂ ਨੇ ਪ੍ਰਵਾਨ ਕੀਤਾ, ਉਹ ਗਾ ਨਹੀਂ ਗਏ। ਲੇਕਿਨ ਇੱਕ ਚੀਜ਼ ਹੋਰ ਜਿਹਦੀ ਸਰਪ੍ਰਸਤੀ ਬਿਕਰਮ ਸਿੰਘ ਮਜੀਠੀਆ ਕੋਲ ਅੱਜ ਵੀ ਹੈ, ਉਹ ਹੈ ਯੂਥ ਅਕਾਲੀ ਦਲ। ਤੁਸੀਂ ਪਰਮਬੰਸ ਬੰਟੀ ਰਮਾਣਾ ਨੂੰ ਕੰਮ ਕਰਦੇ ਦੇਖਦੇ ਹੋ, ਬਾਰਡਰ ਤੱਕ, ਦਿੱਲੀ ਤੱਕ ਉਹਨਾਂ ਨੇ ਕਿਸਾਨੀ ਲਹਿਰ ਦੇ ਨਾਲ ਕੰਮ ਕੀਤਾ, ਜੁੜ ਕੇ ਕੀਤਾ। ਉਧਰੋਂ ਮਨਜਿੰਦਰ ਸਿੰਘ ਸਰਸਾ ਜਿਹੜੇ ਨੇ ਦਿੱਲੀ ਇਕਾਈ ਦੇ ਇਸ ਵੇਲੇ ਦੇ ਸਕੱਤਰ, ਦਿੱਲੀ ਦੇ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਜਿੰਨਾ ਵੀ ਕੰਮ ਕੀਤਾ, ਉਹਨਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਕਿਸੇ ਪਲ ਵੀ ਜਾ ਕੇ ਨਾਲ ਸ਼ਾਮਲ ਨਹੀਂ ਹੋਏ। ਹਾਲਾਂਕਿ ਉਹ ਅਕਾਲੀ ਦਲ ਦਾ ਇੱਕ ਸੈਟਅਪ ਆ, ਆਪਣਾ ਅੰਗ ਆ, ਔਰ ਅਕਾਲੀ ਦਲ ਅੱਜ ਵੀ ਕਹਿੰਦਾ ਕਿ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਲੋਕ ਵੀ ਮੰਨਦੇ ਨੇ ਕਿ ਸਿਰਸਾ ਨੇ ਕੰਮ ਸੋਹਣਾ ਕੀਤਾ। ਲੇਕਿਨ ਬੀਤੇ ਦਿਨੀ ਤੁਹਾਨੂੰ ਯਾਦ ਹੋਏਗਾ ਜਦੋਂ ਦੀਪ ਸਿੱਧੂ ਨੂੰ ਲੈ ਕੇ ਇੱਕ ਥੋੜੀ ਜਿਹੀ ਵਿਚਾਰਧਾਰਕ ਵਖਰੇਵਾਂ ਆਇਆ ਸੀ। ਸਵਾਲ ਇਹ ਆ ਕਿ ਜਦੋਂ ਤੁਸੀਂ ਇੱਕ ਮੰਚ ਸਜਾਇਆ ਹੈ, ਜਿਹੜੀ ਤੁਹਾਡੀ ਕੋਰ ਕਮੇਟੀ ਹੈ, ਜਿੱਥੇ ਤੁਸੀਂ ਰਣਨੀਤਿਕ ਫੈਸਲੇ ਕਰਦੇ ਹੋ, ਕਿ ਇਹ ਸਾਰਾ ਕੁਝ ਉਸ ਕੋਰ ਕਮੇਟੀ ਦੀ ਇੱਛਾ ਅਨੁਸਾਰ ਹੋ ਰਿਹਾ? ਨਹੀਂ ਸਰਦਾਰ ਜੀ, ਤੁਸੀਂ ਇੱਕ ਨੁਕਤਾ ਛੇੜਤਾ। ਜਦੋਂ ਮਨਜਿੰਦਰ ਸਿਰਸੇ ਨੇ ਦੀਪ ਸਿੱਧੂ ਦੇ ਮਾਮਲੇ 'ਚ ਸਟੈਂਡ ਲਿਆ ਜੀ, ਉਸ ਸਟੈਂਡ ਨਾਲੋਂ ਦਲ ਨੂੰ ਵੱਖ ਕਰਨ ਦਾ ਜ਼ਿੰਮਾ ਵੀ ਬਿਕਰਮ ਨੇ ਓੜਿਆ। ਬਿਕਰਮ, ਠੀਕ ਹੈ ਜੀ। ਹੁਣ ਗੱਲ ਇਹ ਹੈ ਕਿ ਜਿਹੜੇ ਮੇਜਰ ਫੈਸਲੇ ਆ ਉਹ ਜੇ ਇੰਜ ਹੋ ਰਹੇ ਆ, ਬਿਲਕੁਲ ਸਹੀ ਗੱਲ। ਇਹਦਾ ਮਤਲਬ ਹੈ ਕਿ ਸੱਤਾ ਦਾ ਇੱਕ ਥੰਮ, ਇੱਕ ਧੁਰਾ, ਹਾਂ। ਇਹ
ਦੁਬਾਰਾ ਵਾਪਰ ਜਾਂਦੀ। ਬਿਲਕੁਲ। ਹਾਲਾਂਕਿ ਪੰਜਾਬ ਦੇ ਵਿੱਚ ਅਜੇ ਸਮੇਂ ਤੋਂ ਪਹਿਲਾਂ ਕਹਿਣਾ ਹੋਊਗਾ ਕਿ ਕੀ ਹੋ ਰਿਹਾ, ਜੀ ਜੀ ਲੇਕਿਨ ਕੀ ਬਾਦਲ ਪਰਿਵਾਰ ਜਾਂ ਬਾਦਲ ਪਿੰਡ ਦੀਆਂ ਜੂਹਾਂ ਚੋਂ ਸਿਆਸਤ ਸਰਕ ਰਹੀ ਹੈ? ਔਰ ਤੁਸੀਂ ਹੋਰ ਪਿੱਛਾ ਆ ਜਾਓ, ਤੁਹਾਨੂੰ ਯਾਦ ਆ ਜਾਏਗਾ ਜਦੋਂ ਕੋਰ ਕਮੇਟੀ ਨੇ ਇਹ ਫੈਸਲਾ ਲੈਣਾ ਸੀ ਕਿ ਭਾਜਪਾ ਦੇ ਨਾਲੋਂ ਵੱਖ ਹੋਣਾ ਜਾਂ ਨਹੀਂ ਹੋਣਾ, ਉਸ ਵੇਲੇ ਇਹੀ ਕਿਹਾ ਗਿਆ ਸੀ ਕਿ ਪ੍ਰਧਾਨ ਜੀ ਨੂੰ ਤਾਕਤ ਦੇ ਦਿਓ ਜੀ। ਜਿੱਦਾਂ ਅੱਗੇ ਹੁੰਦਾ ਸੀ। ਲੇਕਿਨ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਨੁਕਤਾ ਬੜੀ ਪੁਖਤਗੀ ਨਾਲ ਉਠਾਇਆ ਸੀ ਕਿ ਇਹ ਹੱਕ ਵੀ ਉਸੇ ਸ਼ਖਸ ਕੋਲ ਆ ਜਿਸ ਨੇ ਇਹ ਸਾਂਝ ਪਾਈ ਆ ਉਹਨਾਂ ਦੇ ਨਾਲ। ਅੱਛਾ, ਉਦੋਂ ਉਹ ਸ਼ਾਂਤ ਸੀ, ਚੁੱਪ ਸੀ, ਪਿੱਛੇ ਸੀ। ਜੀ ਹੁਣ ਇੱਕਦਮ ਨਗਰ ਕੌਂਸਲ ਦੇ ਰਿਜ਼ਲਟ ਤੋਂ ਬਾਅਦ ਉਹ ਡਰਾਈਵਿੰਗ ਸੀਟ ਤੇ ਸਾਹਮਣੇ ਬਿਲਕੁਲ। ਔਰ ਪੂਰੇ ਜ਼ੋਰ ਨਾਲ ਕਾਂਗਰਸ ਨੂੰ ਘੇਰ ਰਹੇ। ਜੀ ਉਹ ਕੈਪਟਨ ਅਮਰਿੰਦਰ ਸਿੰਘ ਤੇ ਵੀ ਤਿੱਖੇ ਵਾਰ ਕਰਦੇ ਆ। ਲੇਕਿਨ ਇੱਕ ਸਵਾਲ ਬਹੁਤ ਵੱਡਾ ਹੈ ਕਿ ਜਿਹੜੀ ਰਾਜਨੀਤੀ ਬਿਕਰਮ ਸਿੰਘ ਮਜੀਠੀਆ ਦੀ ਹੈ, ਜੇ ਮਾਝੇ ਨੂੰ ਦੇਖੋ ਜਿਨ੍ਹਾਂ ਜੀ। ਘੇਰਿਆਂ 'ਚ ਅਸੀਂ ਖੜੇ ਹਾਂ, ਜੀ ਗੁਰਦਾਸਪੁਰ ਅਕਾਲੀ ਦਲ ਲਈ ਇੱਕ ਬਹੁਤ ਵੱਡਾ ਜਿਹੜਾ ਸੌਫਟ ਏਰੀਆ ਸੀ, ਜੀ ਜਿਹਦੇ ਵਿੱਚ ਹਰਗੋਬਿੰਦਪੁਰ ਸਦਾ ਇਹਨਾਂ ਦਾ ਆਪਣਾ ਹਲਕਾ ਸੀ। ਬਿਲਕੁਲ। ਐਰਕੋ ਵੀ ਉਹ ਨਗਰ ਕੌਂਸਲ 'ਚ ਬਿਲਕੁਲ। ਕਾਫੀ ਲੋਕ ਉਹਨਾਂ ਦੇ ਜੀ। ਜਿੱਤੇ। ਉਸ ਤੋਂ ਬਾਅਦ ਉੱਥੇ 4-5 ਵੱਡੇ ਆਗੂਆਂ ਦੇ ਨਾਂ ਸੀ। ਸਰਦਾਰ ਨਿਰਮਲ ਸੁਕਾਲ, ਬਿਲ ਸੇਵਾ ਸੋ ਸੇਖਵਾ, ਜੀ ਹੁਣ ਜੇ ਨਾ ਲੈਣਾ ਹੋਵੇ ਤੇ ਚਲੋ ਉਹ ਵੀ ਲੈ ਲਓ। ਨਹੀਂ ਚਲੋ ਦੇਖੋ ਆਖਰਕਾਰ ਉਸ ਸ਼ਖਸ ਦਾ, ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਘੇਰੇ ਦੇ ਵਿੱਚ ਹੈ, ਆਖਰਕਾਰ ਉਸ ਸ਼ਖਸ ਨੇ ਕੰਮ ਤੇ ਕੀਤਾ, ਪਾਰਟੀ ਨੂੰ ਖੜਾ 22 ਸਾਲ ਕੀਤਾ। ਪ੍ਰਧਾਨਗੀ ਸੀ ਸੁੱਚਾ ਸਿੰਘ ਲੰਗਾ ਜੀ। ਕੋਲ। ਫਿਰ ਬਲਬੀਰ ਸਿੰਘ ਬਾਠ, ਬਿਲਕੁਲ ਪਾੜਾ ਪਰਿਵਾਰ, ਜੀ ਬਹੁਤ ਐਸੇ ਟਕਸਾਲੀ ਪਰਿਵਾਰ ਸੀ ਜਿਹੜੇ ਅਕਾਲੀ ਦਲ ਦੇ ਸੀ। ਜੀ। ਸੋ ਅੱਜ ਦੀ ਸਥਿਤੀ ਹੈ ਜਿਹਨੂੰ ਬਿਕਰਮ ਮਜੀਠੀਏ ਦਾ ਇਹ ਆਪਾਂ ਡੈਨ ਕਹਿੰਦੇ ਆ, ਘਰ ਕਹਿੰਦੇ ਆ, ਜੀ। ਇਹ ਉਹ ਇਲਾਕਾ ਜਿਹਦੇ ਵਿੱਚ ਬਿਕਰਮ ਤੋਂ ਬਿਨਾਂ ਦੂਜਾ ਦਖਲ ਦੇ ਹੀ ਨਹੀਂ ਸਕਦਾ। ਜੀ ਉਹਦੇ ਵਿੱਚ ਹੁਣ ਜੇ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੀ ਰਾਜਨੀਤੀ ਨੂੰ ਦੇਖੋ ਤੇ ਬਹੁਤ ਨੇੜੇ ਬਿਕਰਮ ਦੇ ਨੇ ਲਖਬੀਰ ਸਿੰਘ ਲੋਧੀ ਨੰਗਲ, ਜਿਹੜੇ ਬਟਾਲੇ ਤੋਂ ਜਿੱਤੇ ਹੋਏ। ਬਿਲਕੁਲ। ਉਹ 4 ਦਿਨ ਪਹਿਲਾਂ ਇੱਕ ਹਲਕੇ 'ਚ ਜਾ ਕੇ ਫਤਿਹਗੜ੍ਹ ਚੂੜੀਆਂ 'ਚ ਕਹਿੰਦੇ ਵੀ ਮੈਂ ਤਾਂ ਇਲੈਕਸ਼ਨ ਮੈਂ ਇੱਥੋਂ ਜਿੱਤਾਂ, ਮੈਂ ਇੱਥੋਂ ਜਿੱਤਾਂ। ਉਹ ਇੰਚਾਰਜ ਨੇ, ਐਮਐਲਏ ਨੇ ਬਟਾਲੇ ਦੇ, ਕਹਿੰਦੇ ਮੈਂ ਲੜਨੀ ਆ ਇਲੈਕਸ਼ਨ ਫਤਿਹਗੜ੍ਹ ਚੂੜੀ। ਬਿਲਕੁਲ ਠੀਕ ਹੈ। ਹੁਣ ਫਤਿਹਗੜ੍ਹ ਚੂੜੀਆਂ ਤੋਂ 5 ਸਾਲ ਤੋਂ ਸਰਦਾਰ ਨਿਰਮਲ ਸੁਕਾਲੋਂ ਦਾ ਬੇਟਾ ਰਵੀਕਰਨ ਸਿੰਘ ਮਿਹਨਤ ਕਰ ਰਿਹਾ। ਜੀ ਉਹਨੇ ਐਲਾਨ ਕਰਤਾ ਹੈ ਕਿ ਮੈਂ ਵੀ ਇੱਥੋਂ ਹੀ ਲੜਨੀ। ਹਾਂ ਨਿਰਮਲ ਸਿੰਘ ਕਾਲੋਂ ਡੇਰਾ ਬਾਬਾ ਨਾਨਕ 'ਚ ਨੇ। ਜੀ ਡੇਰਾ ਬਾਬਾ ਨਾਨਕ 'ਚ ਲੰਗਾ ਦਾ ਪੁੱਤ ਵੀ ਹੈ। ਬਿਲਕੁਲ। ਸੋਨੂੰ ਲੰਗਾ, ਡੇਰਾ ਬਾਬਾ ਨਾਨਕ 'ਚ ਇੱਕ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੀ ਬਿਕਰਮ ਮਜੀਠੀਆ ਨੇ ਸ਼ਾਮਲ ਕਰਾਇਆ। ਬਿਲਕੁਲ ਠੀਕ ਹੈ। ਉੱਥੇ ਸੁਖੀ ਰੰਧਾਵੇ ਦਾ ਭਰਾ ਇੰਦਰਜੀਤ ਸਿੰਘ ਵੀ ਬੈਠਾ। ਹਾਂ ਉਹ ਵੀ ਅਕਾਲੀ ਦਲ ਦੇ ਨੇ। ਹੁਣ ਇਸ ਤੋਂ ਵੀ ਅੱਗੇ ਚਲੇ ਜਾਓ। ਹੁਣ ਬਿਕਰਮ ਮਜੀਠੀਆ ਦਾ ਖਾਸਮ ਖਾਸ ਜੇ ਇਲੈਕਸ਼ਨ ਫਤਿਹਗੜ੍ਹ ਚੂੜੀਆਂ ਤੋਂ ਲੜਦਾ ਹੈ ਲਖਬੀਰ ਲੋਧੀ ਨੰਗਲ, ਜੀ ਤੇ ਉਹਨੂੰ ਰਵੀਕਰਨ ਕਾਲੋਂ ਹਰਾ ਦਿੰਦਾ, ਜੀ। ਭਾਵੇਂ 5-7 ਹਜ਼ਾਰ ਵੋਟ ਲੈ ਕੇ ਹਰਾ ਦੇ। ਜੀ ਨਿਰਮਲ ਸਿੰਘ ਕਾਲੋਂ ਨੂੰ ਸੁੱਚਾ ਸਿੰਘ ਲੰਗਾ ਤੇ ਬਾਕੀ ਹਰਾ ਦਿੰਦੇ। ਜੀ ਹੁਣ ਕਾਦੀਆਂ ਦੇ ਵਿੱਚ ਮਾਲ ਤੇ ਹੋਰ ਕੁਝ ਲੋਕ ਆ ਉਹ ਜਿੱਤਣ ਹੀ ਨਹੀਂ ਦਿੰਦੇ ਜਿਹੜਾ ਅਕਾਲੀ ਕੈਂਡੀਡੇਟ ਆ। ਤੇ ਬੱਬੇਹਾਲੀ ਦੀ ਸਥਿਤੀ ਗੁਰਦਾਸਪੁਰ ਦੇ ਵਿੱਚ ਬਹੁਤ ਨਾਜ਼ੁਕ ਹੈ। ਜੀ। ਪਾੜਾ ਪਰਿਵਾਰ ਉੱਥੇ ਜਿਸ ਤਰੀਕੇ ਨਾਲ ਕੰਮ ਕਰਦਾ ਹੈ, ਉੱਥੋਂ ਪਾਰ ਪਾਉਣਾ ਔਖਾ ਹੈ। ਗੁਰਦਾਸਪੁਰ ਜ਼ਿਲ੍ਹਾ ਪੂਰੇ ਦਾ ਪੂਰਾ ਹੁੰਜਿਆ ਜਾਊਗਾ ਜਿਸ ਤਰ੍ਹਾਂ ਦੀ ਰਾਜਨੀਤੀ ਬਿਕਰਮ ਕਰ ਰਿਹਾ। ਜੀ ਹੁਣ ਜੇਕਰ ਬਿਕਰਮ ਡਰਾਈਵਿੰਗ ਸੀਟ ਤੇ ਰਹਿ ਕੇ ਪੂਰੇ ਪੰਜਾਬ 'ਚ ਰਾਜਨੀਤੀ ਕਰਦੇ ਆ, ਜੀ ਉਹਦੀ ਸਥਿਤੀ ਅਕਾਲੀ ਦਲ ਲਈ ਕੀ ਬਣਨ ਵਾਲੀ, ਇਹ ਵੀ ਵੱਡਾ ਸਵਾਲ ਹੋਊਗਾ। ਥੋੜਾ ਜਿਹਾ ਤਰਨਤਾਰਨ ਵਾਲੇ ਪਾਸੇ ਵੀ ਆ ਜਾਓ। ਫਿਰ ਉੱਥੇ ਵੀ ਸਿਆਪੇ ਹੀ ਜਾਂਦੇ। ਉਹੀ ਕੁਛ ਹੈ ਕਿ ਆਖਰ ਜਿਹੜੇ ਵਿਰਸਾ ਸਿੰਘ ਬਟੋਆ ਨੇ ਉਹ ਬਿਕਰਮ ਸਿੰਘ ਮਜੀਠੀਆ ਦੇ ਬਹੁਤ ਨੇੜੇ ਨੇ। ਬਹੁਤ ਸਾਰੀਆਂ ਤਰਨਤਾਰਨ ਜ਼ਿਲ੍ਹੇ ਦੀਆਂ ਸਮੱਸਿਆਵਾਂ ਜਿਹੜੀਆਂ ਦਰਪੇਸ਼ ਹੁੰਦੀਆਂ ਨੇ, ਉਹ ਤਰਨਤਾਰਨ ਦੇ ਵਿੱਚ ਪ੍ਰੈਸ ਕਾਨਫਰੰਸ ਘੱਟ ਕਰਦੇ ਨੇ, ਅੰਮ੍ਰਿਤਸਰ ਆ ਕੇ ਇਹਨਾਂ ਦੇ ਨਾਲ ਬੈਠ ਕੇ ਕਰਦੇ ਨੇ। ਲੇਕਿਨ ਦੂਸਰੇ ਪਾਸੇ ਪ੍ਰਤਾਪ ਸਿੰਘ ਕੈਰੋਂ ਦੇ ਅਗਾਂਹ ਵੰਸ਼ ਪੋਤਰੇ ਵੰਸ਼ੀ ਕਹਾਂਗੇ, ਉਹ ਬੈਠੇ ਨੇ। ਤੇ ਉਹਦੇ ਬਿਕਰਮ ਦੇ ਬਰਾਬਰ ਤੇ ਰਾਜਨੀਤੀ ਕਰਨ ਲਈ ਕਾਲੇ ਨੇ, ਪਤਾ ਨਹੀਂ ਕਿਹੜੀ ਕਮੀ ਹੈ। ਹਾਲਾਂਕਿ ਇਹ ਰਾਜਨੀਤੀ ਜਿਹੜੀ ਅਕਾਲੀ ਦਲ ਦੀ ਰਾਜਨੀਤੀ ਹੈ, ਇਹ ਪਰਿਵਾਰਾਂ ਦੇ ਵਿੱਚ ਫਸ ਗਈ। ਜੀ। ਇਹਦੇ ਵਿੱਚ ਜਦੋਂ ਇੱਕ ਉਸ ਘਰ ਦਾ ਕਰੀਬੀ ਰਿਸ਼ਤੇਦਾਰ ਹੈ ਵੱਡੇ ਬਾਦਲ ਦਾ, ਹਾਂ। ਤੇ ਦੂਜਾ ਛੋਟੇ ਬਾਦਲ ਦਾ। ਬਿਲਕੁਲ। ਹੁਣ ਇਸ ਲੜਾਈ ਦੇ ਵਿੱਚ ਜਿਹੜੀਆਂ ਤਰਨਤਾਰਨ ਦੀਆਂ ਸੀਟਾਂ ਦੀ ਵੰਡ ਹੈ, ਲੈਣ ਦੇਣਾ, ਬਿਲਕੁਲ। ਖਡੂਰ ਸਾਹਿਬ ਹੋਇਆ, ਤਰਨਤਾਰਨ ਹੋਇਆ, ਜਾਂ ਸਭ- ਬਾਕੀ ਖੇਮਕਰ, ਜੀ। ਹੁਣ ਉਹਨਾਂ ਦੇ ਵਿੱਚ ਵੀ ਵੱਖਰੀ ਤਰ੍ਹਾਂ ਦੇ ਪੰਗੇਬਾਜ਼ੀਆਂ ਨੇ। ਬਿਲਕੁਲ। ਤੇ ਅੰਮ੍ਰਿਤਸਰ ਦੇ ਵਿੱਚ ਵੀ ਸਥਿਤੀ ਕੋਈ ਬਹੁਤ ਜ਼ਿਆਦਾ ਸੁਖਾਵੀਂ ਨਹੀਂ। ਜੀ। 3 ਵਾਰੀ ਲਗਭਗ ਵੀਰ ਸਿੰਘ ਲੋਪੋ ਕੇ ਹਾਰ ਚੁੱਕੇ। ਬਿਲਕੁਲ। ਔਰ ਅੰਦਰ ਖਾਤੇ ਉਹਨਾਂ ਦੇ ਵੀ ਬ੍ਰੇਨ 'ਚ ਹੁੰਦਾ ਹੈ ਕਿ ਜਿਹੜੇ
ਵੱਡੇ ਘਰ ਦੇ ਨੇੜੇ ਤੇੜੇ ਫਿਰਨ ਵਾਲੇ ਆ, ਉਹ ਮੈਨੂੰ ਭੁਗਤਦੇ ਨੇ। ਬਿਲਕੁਲ ਸਹੀ ਗੱਲ। ਗੋਨੀ ਅਜਨਾਲੇ ਦੇ ਮਾਮਲੇ 'ਚ ਵੀ ਰੌਲਾ ਇਹੀ ਹੈ, ਭਾਵੇਂ ਉਹਨੇ ਕੌਂਸਲ 'ਚ ਚੰਗਾ ਜੀ। ਉਹ ਉੱਥੋਂ ਦਾ ਐਮਐਲਏ ਕਾਂਗਰਸੀ ਸ਼ਾਇਦ ਉਹਨਾਂ ਐਕਟਿਵ ਨਹੀਂ। ਮੈਂ ਗੱਲ ਜਿਹੜੀ ਥੋੜੀ ਜਿਹੀ ਸੰਖੇਪ ਜੀ ਕਰਨਾ ਚਾਹੁੰਦਾ ਕਿ ਜਦੋਂ ਸੱਤਾ ਜਿਹੜੀ ਆ ਅਕਾਲੀ ਦਲ ਦੇ ਅੰਦਰ ਜਿਹੜੀ ਸੱਤਾ ਤਬਦੀਲੀ ਜਾਂ ਸਿਆਸਤ ਤਬਦੀਲੀ ਜਿਹੜੀ ਹੈ ਉਹ ਮਾਝੇ ਨੂੰ ਆ ਰਹੀ ਹੈ, ਤੇ ਮਾਝਾ ਜਿਹੜਾ ਉਹ ਪਹਿਲਾਂ ਹੀ ਇੱਕ ਜਿਹਨੂੰ ਕਹਿੰਦੇ ਨਾ ਡੇਂਜਰ ਜ਼ੋਨ ਦੇ ਵਿੱਚ ਜਾ ਰਿਹਾ ਅਕਾਲੀ ਦਲ ਦੇ ਪੱਖੋਂ। ਮਾਝਾ ਇੱਕ ਇਹੋ ਜਿਹੀ ਸਥਿਤੀ ਰਹੀ ਆ ਕਿ ਮਾਲਵੇ ਵਾਲੇ ਲੋਕ ਢਾਹ ਕੇ ਤਬਦੀਲੀ ਨੂੰ ਗਲਵੱਕੜੀ ਚ ਲੈਂਦੇ ਰਹੇ। ਤਬਦੀਲੀ ਦੇ ਵਾਹਕ ਨੇ, ਤਬਦੀਲੀ ਦੇ ਨਾਲ ਤੁਰਦੇ ਆ। ਬਿਲਕੁਲ ਮਾਝਾ ਜਮਾ ਘਟਾਓ ਕਰਦਾ ਹੈ ਕਿ ਸੱਤਾ ਕਿਹਦੀ ਆਉਣ ਵਾਲੀ ਹੈ ਜੀ। ਜਦੋਂ ਵੀ ਜਿਹੜੀ ਵੀ ਧਿਰ ਦੀ ਸੱਤਾ ਦੀ ਸੰਭਾਵਨਾ ਹੋਵੇ ਉਹਦੇ ਨਾਲ ਇਹ ਤੁਰਦੇ ਆ। ਲੇਕਿਨ ਇਸ ਵਾਰੀ ਅਕਾਲੀ ਦਲ ਦੇ ਪੈਂਤੜੇ ਅਜੇ ਤੱਕ ਨੈਗੇਟਿਵ ਪਾਸੇ ਜਾ ਰਹੇ। ਹੁਣ ਇਹਨੂੰ ਆਪਾਂ ਛੱਡ ਲਈਏ ਸਾਰੀਆਂ ਗੱਲਾਂ ਨੂੰ, ਹੁਣ ਮੈਨੂੰ ਲੱਗਦਾ ਸਰਦਾਰ ਸਾਹਿਬ ਟੂ ਦਾ ਪੁਆਇੰਟ ਕਰ ਲਈਏ, ਸਮਾਂ ਬੜਾ ਹੋ ਗਿਆ। ਜਿਹੜੀ ਇਹ ਰਾਜਨੀਤੀ ਦੇਖੀ ਜਾ ਰਹੀ ਹੈ, ਬਾਦਲ ਪਿੰਡ ਨਾਲੋਂ ਮਾਝੇ ਦੇ ਵਿੱਚ ਗੱਡੀਆਂ ਦਾ ਆਉਣਾ ਜਾਣਾ ਵੱਧ ਗਿਆ। ਚਲੋ ਇਹ ਸੰਕੇਤ ਹੀ ਲਾ ਲਓ, ਅਸੀਂ ਮਾਝਾ ਨਹੀਂ ਕਹਿੰਦੇ, ਕਿੱਥੇ ਵੀ ਕੋਈ ਉਹ ਵਿਕਰਮ ਰਹਿ ਰਹੇ। ਬਿਲਕੁਲ। ਕੀ ਇਹ ਅਗਲੇ ਦਿਨਾਂ 'ਚ ਹੋਰ ਪ੍ਰਚੰਡ ਹੋਊਗਾ? ਵਿਕਰਮ ਦੇ ਉੱਤੇ ਜਿਹੜੇ ਜਿਸ ਤਰ੍ਹਾਂ ਦੀ ਰਾਜਨੀਤੀ ਕਰਨ ਦੇ ਦੋਸ਼ ਲੱਗਦੇ ਰਹੇ ਆ, ਕਿ ਉਹ ਲੋਕ ਪਾਸੇ ਰੱਖ ਕੇ ਉਹਦੇ ਨਾਲ ਅੱਗੇ ਤੁਰ ਪੈਣਗੇ? ਸੀਨੀਅਰ ਲੀਡਰਸ਼ਿਪ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਮਾਣਦੀ ਰਹੀ ਹੈ ਜਾਂ ਉਸ ਤਰ੍ਹਾਂ ਦੀ ਰਾਜਨੀਤੀ ਨੂੰ ਪਸੰਦ ਕਰਦੀ ਹੈ ਕਿ ਉਹ ਵਿਕਰਮ ਮਜੀਠੀਆ ਦੇ ਨਾਲ ਸੌਖਿਆਂ ਤੁਰ ਪਊਗੀ? ਇਹ ਕਈ ਸਵਾਲ ਆ। ਤੇ ਬਾਦਲ ਪਰਿਵਾਰ ਦੇ ਵਿੱਚੋਂ ਰਾਜਨੀਤੀ ਦਾ ਜਿਹੜਾ ਇੱਕ ਦਹਾਕਿਆਂ ਦਾ ਸਿਲਸਿਲਾ ਹੈ, ਉਹ ਸਤੰਭ ਉਹ ਦੂਜੇ ਪਾਸੇ ਕਿਤੇ ਹੋ ਜੂ। ਲੇਕਿਨ ਮੈਂ ਇਸ ਸਾਰੇ ਜਿਹੜਾ ਤੁਸੀਂ ਪ੍ਰਕਰਨ ਦੱਸਿਆ, ਮੈਂ ਇਸ ਸਾਰੇ ਪ੍ਰਕਰਨ ਨੂੰ ਉਦੋਂ ਤੱਕ ਅਧੂਰਾ ਤੇ ਅਸਫਲ ਮੰਨਾਂਗਾ ਜਦ ਤੱਕ ਜਿਹੜੇ ਅਕਾਲੀ ਸਿਆਸਤ ਦੇ ਬਾਬਾ ਬੋੜ ਨੇ ਉਹ ਖਾਮੋਸ਼ ਨੇ। ਤੁਹਾਨੂੰ ਯਾਦ ਥੋੜਾ ਜਿਹਾ ਪਿਛਾ ਆ ਜਾਓ, ਨਵੰਬਰ ਮਹੀਨੇ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਜੀ, ਕਿੰਨੇ ਦਾਅਵੇਦਾਰ ਸਨ, ਸਾਰੇ ਹੀ ਕਿੱਥੋਂ ਆਸ਼ੀਰਵਾਦ ਲਿਆ ਸੀ ਤੁਹਾਨੂੰ ਵੀ ਪਤਾ, ਪਾਰਟੀ ਪ੍ਰਧਾਨ। ਆਖਰ ਕੀ ਹੋਇਆ ਕਿ ਜਿੱਥੇ ਪਿੱਛੋਂ ਘੰਟੀ ਖੜਕੀ ਤੇ ਉਹਨਾਂ ਦੀ ਝੋਲੀ 'ਚ ਸ਼੍ਰੋਮਣੀ ਕਮੇਟੀ ਪੈ ਗਈ। ਸੋ ਇਹ ਨਹੀਂ ਹੈ, ਕੁਝ ਦਿਨ ਪਹਿਲਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਘਰੋਂ ਬਾਹਰ ਨਿਕਲੇ ਸਨ, ਆਪਣੇ ਕੋਈ ਕਰੀਬੀਆਂ ਦੇ ਕਾਰ ਵਿਹਾਰ 'ਚ ਗਏ ਸਨ ਜੀ। ਔਰ ਸੱਤਾ ਦਾ ਇਹ ਵੀ ਨਿਯਮ ਹੈ ਕਿ ਜਦੋਂ ਕੋਈ ਜਾਂਦਾ ਨਜ਼ਰ ਆਵੇ ਤੇ ਫਿਰ ਗਿਲੇ ਸ਼ਿਕਵੇ ਭੁੱਲ ਜਾਂਦੇ ਨੇ ਜੀ। ਜਿਸ ਦਿਨ ਉਹ ਬਾਬਾ ਬੋੜ ਕਿਤੇ ਗੁਰਦਾਸਪੁਰ 'ਚ ਆ ਕੇ ਬੈਠ ਕੇ ਤੇ ਇਹ ਜਿਹੜੇ ਵੱਖਰੇ ਪਏ ਨੇ, ਜਿਹੜੇ ਵੱਖਰੇਵੇਂ ਪਏ ਨੇ, ਇਹ ਨਹੀਂ ਉਹ ਪਲਾਂ 'ਚ ਦੂਰ ਹੋਣਗੇ। ਸਰਦਾਰ ਸਾਹਿਬ ਉਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ 'ਚੋਂ ਸ਼ਿਫਟ ਹੋ ਰਹੀ ਸੱਤਾ ਨੂੰ ਜੀ ਥੰਮ ਸਕਣਗੇ? ਗੱਲ ਤਾਂ ਸਾਰੀ ਇਹੋ ਜੀ ਗੱਲ ਕਿ ਜਦੋਂ ਹਰਸਿਮਰਤ ਕੌਰ ਬਾਦਲ ਦਿੱਲੀ ਦੀ ਪੋਲਿਟਿਕਸ ਛੱਡ ਚੁੱਕੇ ਜੀ, ਕਿ ਉਹ ਪੰਜਾਬ ਦੇ ਵਿੱਚ ਸਰਗਰਮੀ ਆਖਰਕਾਰ ਉਹਨਾਂ ਦਾ ਮੁਕਾਬਲਾ ਜਿਨ੍ਹਾਂ ਦੀ ਸੱਤਾ ਛੱਡੀ ਹੈ, ਉਹਨਾਂ ਦਾ ਮੁਕਾਬਲਾ ਵੀ ਜੇ ਕਰਨ ਦੀ ਸਮਰੱਥਾ ਰੱਖੇਗਾ ਤੇ ਉਹ ਸ਼ਖਸ ਦਾ ਨਾਮ ਪ੍ਰਕਾਸ਼ ਸਿੰਘ ਬਾਦਲ ਹੋਏਗਾ। ਇਹਦਾ ਮਤਲਬ ਕਿ ਆਉਂਦੇ ਦਿਨੀ ਅਕਾਲੀ ਰਾਜਨੀਤੀ ਵਿੱਚ ਬਹੁਤ ਕੁਝ ਰੱਦੋ ਬਦਲ, ਬਿਲਕੁਲ ਬੜਾ ਕੁਝ ਨਵਾਂਪਣ ਹੋਊਗਾ। ਠੀਕ ਹੈ ਜੀ। ਹੁਣ ਮੈਨੂੰ ਲੱਗਦਾ ਕਿ ਨਵੇਂ ਤਜਰਬੇ ਵੀ ਇਹ ਲੋਕ ਕਰਨਗੇ, ਲੇਕਿਨ ਲੋਕ ਇਹਨੂੰ ਕਿਵੇਂ ਲੈਂਦੇ ਆ ਇਹ ਦੇਖਣਾ ਹੋਊਗਾ। ਵਿਕਰਮ ਸਿੰਘ ਮਜੀਠੀਆ ਕੀ ਬਾਦਲ ਪਰਿਵਾਰ ਦੀ ਤਰਜਮਾਨੀ ਕਰ ਰਹੇ, ਨਵੀਂ ਲੀਹ ਤੇ ਆਪਣਾ ਜਿਹੜਾ ਉਹਨਾਂ ਦਾ ਸੈਟਅਪ ਉਹਦੇ ਅਨੁਸਾਰ ਚੱਲ ਰਿਹਾ, ਜਾਂ ਜਦੋਂ ਕਿਸੇ ਦੀ ਹਸਤੀ ਬਹੁਤ ਵੱਡੀ ਹੋ ਜਾਂਦੀ ਹੈ ਉਹਦਾ ਫਿਰ ਆਪਣਾ ਇੱਕ ਔਰਾ ਤੇ ਤੌਰ ਤਰੀਕਾ, ਹਾਂ ਬਿਲਕੁਲ ਸਹੀ ਗੱਲ, ਉਹਨੂੰ ਵੀ ਨੀਂਝ ਲਾ ਕੇ ਦੇਖਣਾ ਹੋਊਗਾ ਕਿ ਕੀ ਸੰਜੀਦਾ ਰਾਜਨੀਤੀ ਲਈ ਕੋਈ ਜਗ੍ਹਾ ਬਣੂਗੀ ਜਾਂ ਵਧੂਗੀ। ਇਸ ਤੋਂ ਅਗਲੀ ਗੱਲ ਜਿਹੜੀ ਭਗਵੰਤ ਮਾਨ ਵਾਲੀ, ਉਹਨੂੰ ਜੇ ਛੇੜ ਲਈਏ ਥੋੜੇ ਜਿਹੇ ਸ਼ਬਦਾਂ 'ਚ, ਬਸ ਉਸੇ ਵੱਡੇ ਜਿਹੜੇ ਵੱਡੇ ਔਲੇ ਦੀ ਗੱਲ ਤੁਸੀਂ ਇਧਰੋਂ ਛੱਡੀ ਹੈ ਤੇ ਉਧਰ ਫੜ ਲਈ ਹੈ। ਮੈਂ ਕਿਹਾ ਜੇ ਸਿੱਧੂ ਸਾਹਿਬ ਦਾ ਸਵਾਗਤ ਇਦਾਂ ਹੋਈ ਜਾ ਰਿਹਾ, ਕਿਤੇ ਇੰਜ ਤਾਂ ਨਹੀਂ ਵੀ ਕੇਜਰੀਵਾਲ ਨਾਲ ਗੱਲ ਮੁੱਕ ਗਈ ਹੋਵੇ ਤੇ ਅਗਲੇ ਕਹਿੰਦੇ ਯਾਰ ਮੈਂ ਇਹਨੂੰ ਰੋਕ ਤੇ ਸਕਣਾ ਨਹੀਂ, ਕਿਉਂ ਨਾ ਸਵਾਗਤ ਕਰਨਾ। ਉਹ ਕਦੇ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲੁਟਾ, ਭਗਵੰਤ ਮਾਨ ਹੋਣਾ ਨੇ ਕਿਤੇ ਉਹ ਖੇਡ ਤਾਂ ਨਹੀਂ ਖੇਡੀ, ਪਰ ਇੱਕ ਤਰਲਾ ਵੀ ਮਾਰਿਆ ਕਿ ਭਰਾਵਾ ਉੱਥੇ ਹੀ ਟਿਕਿਆ ਰਿਹਾ, ਬਿਜਲੀ ਮਹਿਕਮਾ ਲੈ ਲਾ, ਲੋਕਾਂ ਦਾ ਕੰਮ ਸਮਝਾਉਣਾ ਤੇ ਬਣਦਾ ਨਾ, ਸਮਝਾਉਣਾ ਤੇ ਬਣਦਾ ਆ, ਇਹ ਥੜੀ ਸਮਝਾਉਣਾ ਨਹੀਂ ਬਣਦਾ। ਲੇਕਿਨ ਉਹਨਾਂ ਦੀ ਜਿਹੜੀ ਭਗਵੰਤ ਮਾਨ ਦੀ ਜਿਹੜੀ ਇਹ ਤਰਕ ਹੈ ਜਾਂ ਜੋ ਕੁਝ ਉਹਨਾਂ ਨੇ ਸੋਚਿਆ ਆ, ਇਹ ਕਿਤੇ ਨਾ ਕਿਤੇ ਇਹ ਵੀ ਸਿਆਸਤ ਤਬਦੀਲੀ ਦਾ ਸੰਕੇਤ ਹੈ। ਨਹੀਂ ਡੈਫੀਨਿਟਲੀ ਭਗਵੰਤ ਮਾਨ ਦਾ ਇਸ ਮੌਕੇ ਤੇ ਬਿਆਨ ਆਉਣਾ, ਹਾਂ ਬਿਆਨ ਦੇ ਵਿੱਚ ਉਹਨਾਂ ਨੇ ਸਿੱਧੂ ਤੇ ਉਹਦੇ ਸਾਥੀਆਂ ਨੂੰ ਪ੍ਰਗਟ ਦਾ ਨਾਂ ਲੈ ਕੇ ਕਿ ਮੈਂ ਉਹਨਾਂ ਦਾ ਖੁੱਲੇ ਮਨ ਨਾਲ ਸਵਾਗਤ, ਮੈਂ ਪਹਿਲਾ ਬੰਦਾ ਹੋ। ਹੁਣ ਇਹ ਐਵੇਂ ਸੁੱਤੇ ਸਿੱਧਤਾ ਆਇਆ ਨਹੀਂ ਨਾ, ਯਾਦ ਹੈ ਨਾ ਤੁਹਾਨੂੰ, ਮੈਂ ਸ਼ਾਇਦ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਜਦੋਂ ਪਹਿਲੀ ਵਾਰ ਸਿੱਧੂ ਨੇ ਗੱਲਬਾਤ ਚਲਾਈ ਸੀ, ਕੇਜਰੀਵਾਲ ਨਾਲ ਮੀਟਿੰਗ ਹੋਈਆਂ ਸੀ
ਤੇ ਛੋਟੇਪੁਰ ਨੇ ਔਨਰ ਕਿਹਾ ਸੀ ਆ ਕੇ ਜੀ ਕਿ ਮੈਨੂੰ ਤਾਂ ਜੀ ਰਾਤ ਸੌਣ ਨਹੀਂ ਸੀ ਦਿੱਤਾ ਭਗਵੰਤ ਮਾਨ ਨੇ ਜੀ। ਕਿ ਚਾਚਾ ਕੁਝ ਕਰੀਏ, ਹਾਂ। ਜੇ ਸਿੱਧੂ ਆ ਗਿਆ ਤਾਂ ਸਾਡਾ ਕੱਖ ਨਹੀਂ ਬਿਲਕੁਲ। ਬਣਨਾ। ਹੁਣ ਇਹੀ ਸਵਾਲ ਖਹਿਰੇ ਦੇ ਮਾਮਲੇ 'ਚ ਵੀ ਵਾਪਰਦਾ ਜੀ ਕਿ ਖਹਿਰਾ ਡੋਮੀਨੇਟ ਕਰ ਰਿਹਾ ਸੀ ਬਤੌਰ ਐਲਓਪੀ ਜੀ। ਲੀਡਰ ਆਫ ਆਪੋਜੀਸ਼ਨ, ਉਹਨੂੰ ਬਾਹਰ ਦਾ ਰਸਤਾ ਵਿਖਾਇਆ। ਹੁਣ ਭਗਵੰਤ ਮਾਨ ਜੇ ਏਡੇ ਫਰਾਖ ਦਿਲੀ ਨਾਲ ਸਿੱਧੂ ਦਾ ਸਵਾਗਤ ਕਰ ਰਿਹਾ, ਜੀ ਕੋਈ ਪੱਕਦਾ ਪਿਆ ਹੋਊਗਾ ਅੰਦਰ, ਬਿਲਕੁਲ ਅੰਦਰ ਕੋਈ ਗੱਲ ਹੋਈ ਹੋਊਗੀ, ਅਗਲੇ ਰਾਏ ਪੁੱਛੀ ਹੋਊਗੀ ਜੀ। ਜਾਂ ਰਾਏ ਮੰਗੀ ਹੋਊਗੀ। ਜੀ। ਮੇਰਾ ਖਿਆਲ ਇਹ ਜਾਂ ਉਹਨਾਂ ਨੇ ਫੈਸਲਾ ਵੀ ਸੁਣਾ ਦਿੱਤਾ ਹੋਵੇਗਾ, ਕੋਈ ਜ਼ਰੂਰੀ ਨਹੀਂ। ਸਿੱਧੂ- ਅਸੀਂ ਇਕੱਲਾ ਨਵਜੋਤ ਸਿੰਘ ਸਿੱਧੂ ਦਾ ਸੋਚੀ ਜਾ ਰਹੇ, ਸੁਖਪਾਲ ਸਿੰਘ ਖਹਿਰਾ ਬਾਰੇ ਵੀ ਤਾਂ ਫੈਸਲਾ ਹੋਣਾ ਆਖਰ। ਕਿ ਸਿੱਧੂ ਇਸ ਵੇਲੇ ਅਜੇ ਕਾਂਗਰਸ ਨੂੰ ਛੱਡਣ ਦੇ ਮੂਡ 'ਚ ਨਹੀਂ, ਜੀ ਲੇਕਿਨ ਇੱਕ ਅੰਦਰੂਨੀ ਜਿਹੇ ਸਰੋਤ ਤੋਂ ਸਾਨੂੰ ਜਾਣਕਾਰੀ ਸੀਗੀ ਕਿ ਸਿੱਧੂ ਇਸ ਮਹੀਨੇ ਦੇ ਅੱਧ ਤੋਂ ਬਾਅਦ ਸਰਗਰਮ ਹੋ ਸਕਦੇ। ਜੀ ਹਾਲਾਂਕਿ ਸਿੱਧੂ ਦੀ ਆਪਣੀ ਇਮੇਜ ਖੁਰੀ ਹੈ, ਜੀ ਅੱਗੇ ਜਿੰਨੀ ਪਪੂਲੈਰਿਟੀ ਨਹੀਂ ਰਹੀ, ਜੀ। ਲੇਕਿਨ ਸਿੱਧੂ ਨੂੰ ਮਾਈਨਸ ਕਰਨਾ ਵੀ ਸੌਖਾ ਨਹੀਂ। ਲੇਕਿਨ ਹਾਈ ਕਮਾਨ ਨੂੰ ਅਜੇ ਵੀ ਇਹ ਲੱਗਦਾ ਕਿ ਜਿਹੜੇ 5 ਰਾਜਾਂ ਦੀਆਂ ਵਿਧਾਨ ਸਭਾ ਦੀ ਚੋਣਾਂ ਹੋਣੀਆਂ, ਉੱਥੇ ਪ੍ਰਚਾਰਕਾਂ ਦੀ ਵੀ ਲੋੜ ਰਹੇਗੀ। ਕੁਦਰਤੀ ਹੈ, ਕਾਂਗਰਸ ਕੋਲ ਪ੍ਰਚਾਰਕ ਬਚੇ ਕਿੰਨੇ ਕੁ? ਬਿਲਕੁਲ ਉਹਨਾਂ ਨੂੰ ਉਹ ਲੋਕ ਜਿਹੜੇ ਤੇਜ਼ ਤਰਾਰੀ ਨਾਲ ਗੱਲ ਕਰ ਸਕਣ, ਬਿਲਕੁਲ ਜਿਹਨਾਂ ਨੂੰ ਲੋਕ ਬਿਲਕੁਲ ਸੁਣਨ। ਖਾਸ ਕਰਕੇ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਜਿਹੜੇ ਨੇ ਖੁਦ ਦੂਜੇ ਤੀਜੇ ਦੇ ਨਰਿੰਦਰ ਮੋਦੀ ਦੇ ਨਿਸ਼ਾਨੇ ਤੇ ਹੁੰਦੇ ਨੇ। ਨਵਜੋਤ ਸਿੰਘ ਸਿੱਧੂ ਐਸੀ ਸ਼ਖਸੀਅਤ ਹੈ ਜਿਹਨੂੰ ਕਿ ਇੱਕ ਵਾਰੀ ਗੱਲ ਕਹੋ ਕਿ 100 ਸੁਣਾ ਕੇ ਜਾਏਗਾ ਅੱਗੇ। ਸੋ ਦੋਸਤੋ, ਇਹ ਘਟਨਾਵਾਂ ਨੇ ਜਿਹੜੀਆਂ ਘਟਨਾਵਾਂ ਦਾ ਹੋ ਸਕਦਾ ਕੋਈ ਮੂੰਹ ਸਿਰ ਨਾ ਬਣਦਾ ਹੋਵੇ, ਲੇਕਿਨ ਸੱਚ ਆ ਇਹਨਾਂ ਨੇ ਦੇਰ ਸਵੇਰ ਵਾਪਰ ਜਾਣਾ ਹੁੰਦਾ, ਜਿਨ੍ਹਾਂ ਦਾ ਮੁਹਾਂਦਰਾ ਬਣ ਰਿਹਾ ਹੁੰਦਾ। ਸਿਆਸਤ ਦੇ ਵਿੱਚ ਤਾਂ ਹੁੰਦਾ ਹੀ ਐਵੇਂ ਆ ਕਿ ਕੁਝ ਵੀ ਉਨੀ ਤੇਜ਼ੀ ਨਾਲ ਨਹੀਂ ਵਾਪਰਦਾ ਜਿੰਨੀ ਅਸੀਂ ਆਸ ਕਰਕੇ ਰੱਖਦੇ ਕਿ ਕੋਈ ਰਿਜ਼ਾਈਨ ਕਰਕੇ ਕੋਈ ਨਵੀਂ ਜਗ੍ਹਾ ਚਲੇ ਜਾਓ। ਲੇਕਿਨ ਇੰਜ ਜ਼ਰੂਰ ਹੁੰਦਾ ਹੈ ਕਿ ਭਗਵੰਤ ਮਾਨ ਜਦੋਂ ਇਹ ਸਮਝ ਲੈਣਗੇ ਕਿ ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਸਿਖਰਲੀ ਕੁਰਸੀ ਉਨੀ ਆਸਾਨ ਨਹੀਂ, ਪਾਰਟੀ ਨੂੰ ਭਗਵੰਤ ਮਾਨ ਆਪਣੇ ਮੋਢਿਆਂ ਤੇ ਰੱਖ ਕੇ ਜਿਤਾ ਨਹੀਂ ਸਕਣਗੇ, ਉਹਨਾਂ ਦੀ ਆਪਣੀ ਸਫਲਤਾ ਪਾਰਟੀ ਦੀ ਅਸਫਲਤਾ 'ਚ ਬਦਲ ਰਹੀ ਹੈ, ਤੇ ਫਿਰ ਸ਼ਾਇਦ ਸਿੱਧੂ ਜਾਂ ਸਿੱਧੂ ਵਰਗੇ ਹੋਰ ਲੋਕਾਂ ਲਈ ਤੁਹਾਨੂੰ ਬੂਹੇ ਖੋਲ੍ਹਣੇ ਪੈਣਗੇ, ਸਵਾਗਤ ਕਰਨਾ ਪਊਗਾ। ਲੇਕਿਨ ਕੇਜਰੀਵਾਲ ਦੀ ਅੱਖ ਪੰਜਾਬ ਤੇ ਆ, ਇਸ ਤੋਂ ਕੋਈ ਤੁਸੀਂ ਖਹਿੜਾ ਨਹੀਂ ਛਡਾ ਸਕਦੇ ਕਹਿ ਕੇ। ਲੜਾਈ ਗਹਿ ਗਚ ਹੋਣ ਵਾਲੀ ਆ। ਇੱਧਰ ਬਿਕਰਮ ਸਿੰਘ ਨੇ ਅਗਲੇ ਬੰਨੇ ਰੱਖ ਲਿਆ ਆਪਣਾ ਸੈਟਅਪ, ਤੇ ਕੁਦਰਤੀ ਤੌਰ ਤੇ ਕਾਂਗਰਸ ਨੇ ਪੀਕੇ ਨੂੰ ਲਿਆ ਕੇ ਅਗਰੈਸ਼ਨ ਦਿਖਾਤਾ ਹੈ। ਸਰਦਾਰ ਸਾਹਿਬ, ਮੇਰੇ ਖਿਆਲ ਆਪਣੀ ਬਾਣੀ ਨੂੰ ਵਿਰਾਮ ਦਿੰਦੇ। ਜੀ ਬਹੁਤ ਬਹੁਤ ਮਿਹਰਬਾਨੀ।